ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਉਹ ਆਪ ਗੁਰੂ ਕੀਆਂ ਸੰਗਤਾਂ ਦੇ ਨਾਲ ਪਿਆਰ ਭਰੇ ਬਚਨਾਂ ਦੀ ਸਾਂਝ ਪਾਉਣਗੇ। ਪਿਆਰ ਸਹਿਤ ਸਾਰੀਆਂ ਸੰਗਤਾਂ ਸਰਵਣ ਕਰੀਏ। ਹਰਿਆਣੇ ਦੀਆਂ ਸੰਗਤਾਂ ਨਗਰ ਸੰਘਾ ਲੋਹਾਰ ਖੇੜਾ ਪੰਜਾਬ ਦੇ ਬਾਰਡਰ ਤੋਂ ਅਤੇ ਸਾਰੇ ਹਰਿਆਣੇ ਦੇ ਇਲਾਕੇ ਤੋਂ ਹਰ ਜੋੜ ਮੇਲੇ ਤੇ ਗੁਰੂ ਕੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਦੀਆਂ ਨੇ। ਗੁਰੂ ਕੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗਿਆਨੀ ਜੀ ਗੁਰੂ ਕੀਆਂ ਸੰਗਤਾਂ ਦੇ ਮੁਖਾਤਬ ਹੋ ਰਹੇ ਨੇ। ਸਾਰੀਆਂ ਸੰਗਤਾਂ ਪਿਆਰ ਦੇ ਨਾਲ ਦੀਵਾਨ ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ। ਨਾਨਕ ਧਨ 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 ਜਨ ਆਏ ਤੇ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਬੜਾ ਹੀ ਮਹਾਨ ਪਵਿੱਤਰ ਦਿਹਾੜਾ ਮਹਾਂਪੁਰਸ਼ ਬ੍ਰਹਮ ਗਿਆਨੀ ਤਤ ਬੇਤੇ ਜਿਨ੍ਹਾਂ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਆਪਣਾ ਸੀਨਾ ਕਹਿ ਕੇ ਮਾਣ ਦਿੱਤਾ ਹੈ। ਧੰਨ ਧੰਨ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਤਿਨਾਂ ਦੇ ਸੱਚਖੰਡ ਗਮਨ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਸੰਪਰਦਾਇ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮੁਖੀ, ਉਹਨਾਂ ਦੀ ਅਗਵਾਈ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਆਪਾਂ ਸਾਰੇ ਮਨਾ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀਆਂ ਪੀਰੀਆਂ ਦੇ ਮਾਲਕ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਜਿਨ੍ਹਾਂ ਦੇ ਬਾਰੇ ਮੌਕੇ ਦਾ ਬਾਦਸ਼ਾਹ ਸ਼ਾਹਜਹਾਨ ਸਾਈਂ ਮੀਆਂ ਮੀਰ ਨੂੰ ਪੁੱਛਦਾ, ਸਾਈਂ ਜੀ ਮੈਨੂੰ ਪਤਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਕੋਲ ਆਏ ਸਨ, ਤੁਹਾਨੂੰ ਮਿਲਣ ਆਏ ਸਨ ਤੇ ਤੁਸੀਂ ਉਹਨਾਂ ਨੂੰ ਲੈਣ ਵਾਸਤੇ ਇੰਨੀ ਦੂਰ ਅੱਗੇ ਗਏ। ਉਹਨਾਂ ਨੂੰ ਘੋੜੇ 'ਤੇ ਚੜ੍ਹਿਆ ਤੇ ਤੁਸੀਂ ਉਹਨਾਂ ਦੀ ਰਕਾਬ ਫੜ ਕੇ ਪੈਦਲ ਤੁਰ ਕੇ ਆਏ। ਤੁਸੀਂ ਉਹਨਾਂ ਨੂੰ ਆਪਣੇ ਤੋਂ ਉੱਚੀ ਥਾਂ 'ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਤੁਸੀਂ ਬੈਠੇ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਏ ਤੇ ਤੁਸੀਂ ਉਹਨਾਂ ਨੂੰ ਛੱਡਣ ਕਿਉਂ ਗਏ? ਤੁਸੀਂ ਐਡੇ ਵੱਡੇ ਮਹਾਤਮਾ ਮਹਾਂਪੁਰਸ਼ ਸਾਡੀ ਇਸਲਾਮ ਦੇ ਵਿੱਚ ਸਾਰੇ ਹਿੰਦੁਸਤਾਨ ਹੀ ਨਹੀਂ ਮੱਕੇ ਮਦੀਨੇ ਤੱਕ ਮੰਨਿਆ ਜਾਂਦਾ ਸੀ ਵੀ ਸਾਈਂ ਮੀਆਂ ਮੀਰ ਰੂਹਾਨੀਅਤ ਮੰਡਲ ਦੇ ਚਮਕਦੇ ਸੂਰਜ ਹਨ ਇਸਲਾਮ ਦੇ ਵਿੱਚ। ਐਡੇ ਵੱਡੇ ਮਹਾਂਪੁਰਸ਼ ਤੁਸੀਂ, ਸਾਡੀ ਇੱਜ਼ਤ ਸਾਡਾ ਮਾਣ ਸਾਡਾ ਸਤਿਕਾਰ ਇੱਕ ਹਿੰਦੂਆਂ ਦੇ ਗੁਰੂ ਅੱਗੇ ਜਿਨ੍ਹਾਂ ਦੀ ਉਮਰ ਵੀ ਕੇਵਲ 20-22 ਸਾਲ 25 ਸਾਲ ਦੀ ਉਮਰ ਹੈ, ਤੁਹਾਡੀ ਉਮਰ ਦੇ ਹਿਸਾਬ ਨਾਲ ਵੀ ਉਹ ਛੋਟੇ, ਤੇ ਉਹਨਾਂ ਅੱਗੇ ਤੁਸੀਂ ਇੰਨਾ ਜ਼ਿਆਦਾ ਸਤਿਕਾਰ ਪੇਸ਼ ਕੀਤਾ, ਇੰਨੀ ਜ਼ਿਆਦਾ ਗੁਰੂ ਹਰਗੋਬਿੰਦ ਸਾਹਿਬ ਦੀ ਇੱਜ਼ਤ ਕੀਤੀ ਹੈ। ਮੈਨੂੰ ਮੇਰੇ ਮੁਸਲਮਾਨ ਵੀਰਾਂ ਨੇ ਆ ਕੇ ਸ਼ਿਕਾਇਤ ਕੀਤੀ ਹੈ ਵੀ ਸਾਈਂ ਜੀ ਨੂੰ ਪੁੱਛੋ ਕਿ ਗੁਰੂ ਹਰਗੋਬਿੰਦ ਸਾਹਿਬ ਹਿੰਦੂਆਂ ਦੇ ਪੀਰ ਦਾ ਇੰਨਾ ਸਤਿਕਾਰ ਤੁਸੀਂ ਇੱਕ ਮੁਸਲਮਾਨਾਂ ਦੇ ਪੀਰ ਹੋ ਕੇ ਕਿਉਂ ਕੀਤਾ? ਤੇ ਸਾਈਂ ਮੀਆਂ ਮੀਰ ਜੀ ਬਾਦਸ਼ਾਹ ਦਾ ਸਵਾਲ ਸੁਣ ਕੇ ਗੰਭੀਰ ਹੋ ਗਏ। ਕਹਿਣ ਲੱਗੇ, ਬਾਦਸ਼ਾਹ
ਤੇਰੇ ਸਵਾਲ ਦਾ ਜਵਾਬ ਅਸੀਂ ਦੇ ਦਿੰਨੇ ਆ। ਇਹ ਗੱਲ ਵੱਖਰੀ ਹੈ ਤੈਨੂੰ ਸਮਝ ਆਵੇ ਨਾ ਆਵੇ, ਕਿਉਂਕਿ ਕੋਈ ਵੀ ਗੱਲ ਨੂੰ ਸਮਝਣ ਦਾ, ਕਿਸੇ ਗੱਲ ਨੂੰ ਪਕੜਨ ਦੀ ਸਮਰੱਥਾ ਹਰ ਬੰਦੇ 'ਚ ਨਹੀਂ ਹੁੰਦੀ। ਰੂਹਾਨੀ ਮੰਡਲ ਦੀਆਂ ਗੱਲਾਂ ਰੂਹਾਨੀ ਮੰਡਲ ਦੇ ਵਾਕਫ ਹੀ ਜਾਣਦੇ ਨੇ। ਮੈਂ ਤੈਨੂੰ ਦੱਸਾਂ, ਅਸੀਂ ਜਿੰਨੇ ਵੀ ਪੀਰ ਫਕੀਰ ਹਾਂ, ਹਿੰਦੂਆਂ ਦੇ ਹੋਈਏ ਭਾਵੇਂ ਮੁਸਲਮਾਨਾਂ ਦੇ ਹੋਈਏ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਈਏ, ਪਹਿਲੀ ਗੱਲ ਤਾਂ ਫਕੀਰ ਦੀ ਕੋਈ ਜਾਤ ਨਹੀਂ ਹੁੰਦੀ। ਫਕੀਰ ਅੱਲਾ ਜਾਤ ਹੁੰਦਾ, ਉਹ ਰੱਬ ਦਾ ਬੰਦਾ ਹੁੰਦਾ, ਉਹ ਕਿਸੇ ਮਜ਼ਹਬ ਦੀ ਕੈਦ ਵਿੱਚ ਨਹੀਂ ਆਉਂਦਾ। ਪਰ ਕਿਸੇ ਵੀ ਮਜ਼ਹਬ ਦਾ ਕੋਈ ਵੀ ਮਹਾਤਮਾ ਮਹਾਂਪੁਰਸ਼ ਜਦੋਂ ਉਸ ਅੱਲਾ ਦੇ ਦਰਬਾਰ 'ਚ ਪਹੁੰਚਦਾ, ਸੱਚਖੰਡ ਵਸੈ ਨਿਰੰਕਾਰ, ਜਦੋਂ ਅਸੀਂ ਨਿਰੰਕਾਰ ਦੇ ਦਰਬਾਰ ਜਾਂਦੇ ਹਾਂ, ਉਸ ਅਕਾਲ ਪੁਰਖ ਦੇ ਦਰਬਾਰ 'ਚ ਦਸਤਕ ਦਿੰਦੇ ਹਾਂ, ਉਸ ਅਕਾਲ ਪੁਰਖ ਦੇ ਸੱਚਖੰਡ ਦਾ ਦਰਵਾਜ਼ਾ ਖੁੱਲ੍ਹਦਾ ਹੈ, ਨੂਰਾਨੀ ਦਰਵਾਜ਼ਾ ਖੁੱਲ੍ਹਦਾ ਹੈ। ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਉਸ ਸੱਚਖੰਡ ਦਰਬਾਰ ਜਿੱਥੇ ਕਰੋੜਾਂ ਸੂਰਜ ਚੜ੍ਹੇ ਹੋਏ ਨੇ, ਜਿੱਥੇ ਨੂਰ ਹੀ ਨੂਰ ਹੈ, ਉਸ ਨੂਰੀ ਦਰਵਾਜ਼ੇ 'ਚੋਂ ਇੱਕ ਸ਼ਖਸੀਅਤ ਬਾਹਰ ਆਉਂਦੀ ਹੈ। ਉਹ ਸਾਡੀ ਗੱਲ ਸੁਣਦੀ ਹੈ, ਉਹ ਸਾਡੇ ਮਸਲੇ ਸੁਣਦੀ ਹੈ, ਉਹ ਸ਼ਖਸੀਅਤ ਸਾਡੇ ਮਸਲੇ ਹੱਲ ਕਰਦੀ ਹੈ। ਔਰ ਇਹ ਨਹੀਂ ਪਤਾ ਕਿ ਉਹ ਸ਼ਖਸੀਅਤ ਅੱਲਾ ਹੈ ਜਾਂ ਅੱਲਾ ਦਾ ਕੋਈ ਬੰਦਾ ਹੈ। ਇਹ ਨਹੀਂ ਪਤਾ ਕਿ ਉਹ ਮਹਾਂਪੁਰਸ਼ ਜਿਹੜਾ ਉਸ ਨੂਰਾਨੀ ਦਰਵਾਜ਼ੇ ਥਾਣੀ ਬਾਹਰ ਆ ਕੇ ਸਾਡੀ ਗੱਲ ਸੁਣਦਾ ਹੈ ਤੇ ਸਾਡੇ ਮਸਲੇ ਦਾ ਹੱਲ ਦੱਸਦਾ ਹੈ, ਉਹ ਬੰਦਾ ਅੱਲਾ ਦਾ ਬੰਦਾ ਹੈ ਜਾਂ ਉਹ ਖੁਦ ਅੱਲਾ ਹੈ। ਬਾਦਸ਼ਾਹ ਉਹ ਕੇਵਲ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਹੀ ਹੁੰਦਾ ਹੈ। ਉਸ ਦਰਬਾਰ ਵਿੱਚ ਉਹਦੀ ਚੱਲਦੀ ਹੈ। ਉੱਥੇ ਉਮਰ ਦੀ ਗੱਲ ਨਹੀਂ, ਉੱਥੇ ਮਜ਼ਹਬ ਦੀ ਗੱਲ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੈ, ਉੱਥੇ ਸੱਚ ਦਾ ਵਰਤਾਰਾ ਹੈ। ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਲਾ ਦੀ ਜਾਤ ਸਮਝਦੇ ਹਾਂ, ਅੱਲਾ ਦਾ ਰੂਪ ਸਮਝਦੇ ਹਾਂ। ਸੋ ਐਸੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਜੀ ਨੂੰ ਆਪਣਾ ਸੀਨਾ ਆਖਿਆ ਸੀ। ਅੰਦਾਜ਼ਾ ਲਾ ਲਓ ਵੀ ਜੋ ਖੁਦ ਅਕਾਲ ਪੁਰਖ ਪਰਮੇਸ਼ਰ ਦਾ ਹੀ ਰੂਪ ਹਨ ਗੁਰੂ ਹਰਗੋਬਿੰਦ ਸਾਹਿਬ, ਤੇ ਉਹਨਾਂ ਦਾ ਹੀ ਰੂਪ ਅੱਗੋਂ ਬਣ ਗਏ ਬਾਬਾ ਵਿਧੀ ਚੰਦ ਸਾਹਿਬ ਜੀ। ਆਪਣਾ ਹੀ ਬਣਾ ਲਿਆ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਗੁਰੂ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਗੁਰਬਾਣੀ ਵਿੱਚ ਜਿੱਥੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋਗੇ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਪਰਮੇਸ਼ਰ ਅਤੇ ਪਰਮੇਸ਼ਰ ਦੇ ਪਿਆਰਿਆਂ 'ਚ ਰੱਤੀ ਜਿੰਨਾ ਵੀ ਫਰਕ ਨਹੀਂ ਹੈ। ਔਰ ਜਿਹੜੇ ਫਰਕ ਸਮਝਦੇ ਆ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਆਈ। ਜਿਹੜੇ ਮਹਾਂਪੁਰਸ਼ਾਂ ਵਿੱਚ ਤੇ ਪਰਮੇਸ਼ਰ ਦੇ ਪਿਆਰਿਆਂ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਸਮਝਦੇ ਆ ਨਾ, ਉਹਨਾਂ ਦੇ ਅੰਦਰੋਂ ਦਵੈਤ ਮਿਟੀ ਨਹੀਂ। ਜਿੰਨਾ ਚਿਰ ਦਵੈਤ ਨਹੀਂ ਮਿਟਦੀ ਉਹਨਾਂ ਚਿਰ ਮੁਕਤੀ ਨਹੀਂ ਹੁੰਦੀ। ਆਖੋ ਸ੍ਰੀ ਵਾਹਿਗੁਰੂ। ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਜਿੰਨਾ ਚਿਰ ਭਰਮ ਹੈ ਨਾ ਮਨ ਦੇ ਵਿੱਚ, ਫਰਕ ਹੈ, ਉਹਨਾਂ ਚਿਰ ਮੁਕਤੀ ਨਹੀਂ ਹੋਣੀ, ਭਾਵੇਂ ਕਰੋੜਾਂ ਜਨਮ ਲੈ ਲਓ। ਮੁਕਤੀ ਉਦੋਂ ਹੋਣੀ ਆ ਜਦੋਂ ਆਤਮਾ ਪਰਾਤਮਾ ਏਕੋ ਕਰੈ। ਆਤਮਾ ਤੇ ਪਰਮਾਤਮਾ ਨੂੰ ਇੱਕ ਕਰਕੇ ਵੇਖ ਲਿਆ, ਭਰਮ ਦੀ ਕੰਧ ਟੁੱਟ ਗਈ, ਉਦੋਂ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ। ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ, ਬਾਬਾ ਵਿਧੀ ਚੰਦ ਸਾਹਿਬ ਜੀ ਮਹਾਂਪੁਰਸ਼ਾਂ ਦੇ ਬਾਰੇ ਬਹੁਤ ਹੀ ਸੁੰਦਰ ਬਚਨ ਆਪ ਜੀ ਨਾਲ ਸਾਂਝੇ ਕਰਕੇ ਗਏ ਨੇ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਬਾਬੇ ਸੁੰਦਰ ਸ਼ਾਹ ਨੂੰ ਜਾ ਕੇ ਦਰਸ਼ਨ ਦਿੱਤੇ। ਬਾਬਾ ਸੁੰਦਰ ਸ਼ਾਹ ਜੀ ਸਾਈਂ ਬੁੱਢਣ ਸ਼ਾਹ ਜੀ ਦੇ ਸੇਵਕ ਪਹੁੰਚੇ ਹੋਏ ਫਕੀਰ ਸਨ। ਤੇ ਸਾਧ ਸੰਗਤ ਜੀ, ਇਹ ਜਿਹੜੇ ਆਤਮਿਕ ਮੰਡਲ ਦੇ ਇਹਦੇ ਵੀ ਲੈਵਲ ਹੁੰਦੇ ਆ। ਜਿਵੇਂ ਦੁਨਿਆਵੀ ਤੌਰ ਤੇ ਆਪਾਂ ਦੇਖਦੇ ਆ ਨਾ, ਕਲਾਸਾਂ ਹੁੰਦੀਆਂ ਨੇ, ਕੋਈ ਲੋ ਕਲਾਸ ਹੁੰਦੀ ਹੈ, ਕੋਈ ਮਿਡਲ ਹੁੰਦੀ ਹੈ, ਕੋਈ ਹਾਈ ਹੁੰਦੀ ਹੈ। ਇੱਦਾਂ ਆਤਮਿਕ ਮੰਡਲ ਦੇ ਵਿੱਚ ਵੀ ਬੜਾ ਕੁਝ ਹੁੰਦਾ ਹੈ। ਜਦੋਂ ਕੋਈ ਇਸ ਰਾਹ ਤੇ ਤੁਰੇਗਾ ਨਾ,
ਉਦੋਂ ਪਤਾ ਲੱਗਦਾ ਹੈ। ਇੱਕ ਅਵਸਥਾ ਐਸੀ ਆ ਜਾਂਦੀ ਹੈ, ਸਾਧਨਾ ਕਰਦੇ ਕਰਦੇ, ਜਪ ਤਪ ਕਰਦੇ ਕਰਦੇ ਵਾਕ ਸਿੱਧੀ ਹੋਣ ਲੱਗ ਜਾਂਦੀ ਹੈ। ਜੋ ਮੂੰਹ ਤੋਂ ਆਖੋ ਉਹ ਪੂਰਾ ਹੋ ਜਾਂਦਾ, ਜੋ ਸੋਚੋ ਉਹ ਪੂਰਾ ਹੋਣ ਲੱਗ ਜਾਂਦਾ। ਜਿਵੇਂ ਸੇਖ ਫਰੀਦ ਸਾਹਿਬ ਜੀ ਬਿਰਤੀ ਇਕਾਗਰ ਹੋ ਗਈ, ਅੰਤਰਮੁਖੀ ਹੋ ਗਈ, ਗੱਲ ਸਾਰਿਆਂ ਦੀ ਪਕੜ 'ਚ ਨਹੀਂ ਆਉਣੀ, ਕਿਉਂਕਿ ਇਹ ਜਿਹੜਾ ਇਸ ਰਾਹ ਤੇ ਤੁਰੇਗਾ ਸਹਿਜੇ ਸਹਿਜੇ ਉਹਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ। ਜਦੋਂ ਬਿਰਤੀ ਇਕਾਗਰ ਹੋ ਜਾਂਦੀ ਹੈ, ਅੰਤਰਮੁਖੀ ਹੋ ਜਾਂਦੀ ਹੈ, ਤੇ ਉਦੋਂ ਬਾਹਰਲੇ ਰੌਲੇ ਚੰਗੇ ਨਹੀਂ ਲੱਗਦੇ। ਤੇ ਸੇਖ ਫਰੀਦ ਸਾਹਿਬ ਦੀ ਚਿੜੀਆਂ ਦੀ ਚੀਂ ਚੀਂ ਸੁਣ ਕੇ ਮੂੰਹ ਤੋਂ ਨਿਕਲ ਗਿਆ, ਮਰ ਜਾਓ। ਚਿੜੀਆਂ ਮਰ ਗਈਆਂ। ਕਹਿੰਦੇ ਜੀ ਪਾਓ, ਜੀ ਪਈਆਂ। ਫਿਰ ਆਖਿਆ ਮਰ ਜਾਓ, ਮਰ ਗਈਆਂ। ਜੀ ਪਾਓ, ਜੀ ਪਈਆਂ। ਕਹਿੰਦੇ ਕੰਮ ਬਣ ਗਿਆ, ਮੇਰੀ ਤਪੱਸਿਆ ਪੂਰੀ ਹੋ ਗਈ। ਵਾਪਸ ਤੁਰ ਪਏ ਸਨ, ਪਰ ਰਸਤੇ ਵਿੱਚ ਇੱਕ ਨੌਜਵਾਨ ਮੁਟਿਆਰ ਖੂਹ ਦੇ ਪਾਣੀ ਕੱਢ ਕੱਢ ਸੁੱਟੀ ਜਾਂਦੀ। ਕਹਿਣ ਲੱਗਾ, ਭੈਣਾ ਪਾਣੀ ਪਿਆ ਦੇ। ਉਹ ਕਹਿੰਦੇ ਠਹਿਰ ਜਾ, ਇਸ਼ਾਰਾ ਕੀਤਾ। ਇਹ ਘੜੀ ਕੁ ਖਲੋਤੇ ਰਹੇ। ਉਹ ਕਹਿੰਦੀ, ਭੈਣਾ ਪਾਣੀ ਪਿਆ, ਮੈਂ ਜਾਣਾ ਛੇਤੀ। ਉਹ ਕਹਿੰਦੇ ਠਹਿਰ ਜਾ, ਇਹ ਤੇਰੀਆਂ ਚਿੜੀਆਂ ਨਹੀਂ ਜਿਹੜੀਆਂ ਜੀ ਪੈਣਗੀਆਂ ਤੇ ਮਰ ਜਾਣਗੀਆਂ। ਹੈਰਾਨ ਹੋ ਗਿਆ ਵੀ ਇਹ ਕੁੜੀ ਦੀ ਤੇ ਉਮਰ ਵੀ ਉਨੀ ਕੋਈ ਨਹੀਂ ਜਿੰਨੀ ਮੇਰੀ ਤਪੱਸਿਆ ਹੈ। ਮੈਂ ਬਹੁਤੇ ਉਸ ਪਾਸੇ ਨਾ ਜਾਵਾਂ, ਵਿਸਥਾਰ ਵਿੱਚ ਸਾਖੀ ਲਗਭਗ ਸਾਰਿਆਂ ਨੂੰ ਪਤਾ ਹੀ ਹੈ। ਉਸ ਬੱਚੀ ਨੇ ਆਖਿਆ ਸੀ ਕਿ ਸਾਈਂ ਜੀ ਅਜੇ ਮੰਜ਼ਿਲ ਦੂਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜੇ ਗੱਲ ਹੋਰ ਹੈ, ਅੱਗੇ ਚੱਲਣਾ ਪੈਣਾ। ਸਾਧ ਸੰਗਤ ਜੀ, ਮਹਾਂਪੁਰਸ਼ ਬਾਬਾ ਸੁੰਦਰ ਸ਼ਾਹ ਜੀ ਬੜੀ ਤਪ ਤਪੱਸਿਆ ਕਰਕੇ ਇੱਥੇ ਪਹੁੰਚ ਗਏ ਵੀ ਜੋ ਮੂੰਹ ਤੋਂ ਬੋਲਦੇ ਪੂਰਾ ਹੋ ਜਾਂਦਾ, ਜੋ ਚਾਹੁੰਦੇ ਫੁਰਨਾ ਕਰਨਾ ਉਹ ਪੂਰਾ ਹੋ ਜਾਂਦਾ। ਬੜੀ ਮਾਨਤਾ ਹੋਣ ਲੱਗ ਪਈ। ਹੋ ਜਾਂਦਾ ਐਸਾ ਜਦੋਂ ਕਿਸੇ ਮਹਾਤਮਾ ਦੇ ਬਚਨ ਪੂਰੇ ਹੋਣ ਲੱਗ ਜਾਣ ਤੇ ਖੜੋਤ ਵੀ ਆ ਜਾਂਦੀ ਹੈ। ਸਾਰਿਆਂ 'ਚ ਨਹੀਂ ਆਉਂਦੀ। ਜਿਨ੍ਹਾਂ ਦੇ ਗੁਰੂ ਨਾਨਕ ਦੀ ਕਿਰਪਾ ਹੋਵੇ, ਗੁਰੂ ਨਾਨਕ ਬਾਂਹ ਫੜ ਕੇ ਅੱਗੇ ਤੋਰ ਲੈਂਦਾ। ਤੇ ਮੇਰੇ ਵਰਗਿਆਂ ਦੇ ਵਿੱਚ ਅਸੀਂ ਤਾਂ ਬਹੁਤ ਹੀ ਉਰਾਂ ਹੀ ਖਲੋ ਜਾਂਦੇ ਆ ਵੀ ਥੋੜੀ ਜਿਹੀ ਵਡਿਆਈ ਮਿਲ ਜੇ, ਥੋੜਾ ਜਿਹਾ ਲੋਕ ਕਹਿਣ ਲੱਗਣ, ਵਾਹ ਜੀ ਵਾਹ ਗਿਆਨੀ ਜੀ ਕਥਾ ਬੜੀ ਵਧੀਆ ਕੀਤੀ, ਤੇ ਅਸੀਂ ਇੰਨੇ ਵਿੱਚ ਹੀ ਵੀ ਸਮਝਦੇ ਆ ਪਤਾ ਨਹੀਂ ਕੀ ਹੋ ਗਿਆ। ਪਰ ਬੜਾ ਇਹ ਵਿਖੜਾ ਪੈਂਡਾ ਹੈ। ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਕਿਰਪਾ ਰੱਖੋ, ਬਾਂਹ ਫੜ ਕੇ ਕੱਢ ਲਓ। ਬਾਬਾ ਸੁੰਦਰ ਸ਼ਾਹ ਜੀ, ਪਤਾ ਲੱਗਾ ਮੇਰੇ ਇਲਾਕੇ ਵਿੱਚ ਕੋਈ ਹੋਰ ਸਾਧੂ ਆ ਗਿਆ। ਦੇਵਨਗਰ ਦੇ ਇਲਾਕੇ ਵਿੱਚ ਕਹਿੰਦੇ ਕੋਈ ਹੋਰ ਸਾਧੂ ਆ ਗਿਆ, ਕਿਤੇ ਉਹ ਹੀ ਨਾ ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੁਲਤਾਨ ਗਏ ਨੇ ਨਾ, ਤੇ ਮੁਲਤਾਨ ਦੇ ਪੀਰਾਂ ਨੂੰ ਫਿਕਰ ਪੈ ਗਿਆ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਵੀ ਇਹ ਬਾਬਾ ਆ ਗਿਆ ਤੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਕਟੋਰਾ ਦੁੱਧ ਦਾ ਭਰ ਕੇ ਅੱਗੇ ਕੀਤਾ ਵੀ ਮਹਾਰਾਜ ਇੱਥੇ ਦੇ ਬੜੇ ਪੀਰ ਭਰੇ ਪਏ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਇਸ਼ਾਰਾ ਸਮਝ ਗਏ। ਇਸ਼ਾਰੇ ਨਾਲ ਹੀ ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ। ਉਹਨਾਂ ਨੂੰ ਸਮਝਾ ਦਿੱਤਾ ਵੀ ਅਸੀਂ ਤਾਂ ਇਸ ਤਰ੍ਹਾਂ ਤੁਹਾਡੇ ਵਿੱਚ ਅਭੇਦ ਹੋ ਜਾਣਾ, ਇੱਦਾਂ ਤੁਹਾਡੇ ਵਿੱਚ ਮਿਕਸ ਹੋਣਾ ਜਿਵੇਂ ਆਹ ਚਮੇਲੀ, ਤੁਹਾਨੂੰ ਪਰੇਸ਼ਾਨ ਨਹੀਂ ਕਰਾਂਗੇ। ਪਰ ਲੋਕ ਸੰਸਾਰੀ ਬਿਰਤੀਆਂ ਵਾਲੇ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਬਾਬਾ ਬਿਧੀ ਚੰਦ ਦਾ ਪ੍ਰਤਾਪ ਵੇਖ ਕੇ ਕੁਝ ਲੋਕਾਂ ਨੇ ਬਾਬਾ ਸੁੰਦਰ ਸ਼ਾਹ ਜੀ ਨੂੰ ਆਖਿਆ, ਬਾਬਾ ਜੀ ਤੁਸੀਂ ਕੋਈ ਆਪਣੀ ਕਰਾਮਾਤ ਦਿਖਾਓ, ਕੋਈ ਚਮਤਕਾਰ ਦਿਖਾਓ। ਤੇ ਬਾਬਾ ਸੁੰਦਰ ਸ਼ਾਹ ਜੀ ਸ਼ੇਰ ਤੇ ਬਹਿ ਕੇ ਵੀ ਡਰਾਉਣ ਵਾਸਤੇ ਆਪਣੀ ਕਰਾਮਾਤ ਨਾਲ, ਆਪਣੀ ਸ਼ਕਤੀ ਨਾਲ ਭਜਾ ਦਿਆਂਗਾ। ਆਏ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਿੰਤਨ ਵਿੱਚ, ਸਿਮਰਨ ਵਿੱਚ ਲੀਨ ਬੈਠੇ ਸਨ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਜਦੋਂ ਨੇਤਰ ਖੋਲੇ ਉਹ ਸ਼ੇਰ ਸਮੇਤ ਪੱਥਰ ਦਾ ਸਰੂਪ ਕਰ ਦਿੱਤਾ, ਸੁੰਨ ਮੁੰਨ ਕਰ ਦਿੱਤਾ। ਬਾਬਾ ਸੁੰਦਰ ਸ਼ਾਹ ਜੀ
ਚਰਨਾਂ ਤੇ ਢਹਿ ਪਏ। ਐਸੀ ਪ੍ਰੀਤੀ ਬਣੀ, ਐਸੀ ਸਾਂਝ ਬਣੀ, ਐਸਾ ਪਿਆਰ ਬਣਿਆ, ਇੱਕ ਮਿਕ ਹੋ ਗਏ। ਤੇ ਉਸ ਪ੍ਰੀਤੀ ਵਿੱਚੋਂ ਇਹ ਮਨੋਂ ਫੁਰਨਾ ਉੱਠਿਆ ਕਿ ਜਦੋਂ ਸੱਚਖੰਡ ਜਾਈਏ ਤੇ ਇਕੱਠੇ ਜਾਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰੂ ਰਾਗ ਦੇ ਸ਼ੁਰੂਆਤ ਵਿੱਚ ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ। ਪਹਿਲੇ ਹੀ ਅੰਗ ਦੇ ਉੱਤੇ ਜਿਹੜਾ ਮਾਰੂ ਰਾਗ ਆਰੰਭ ਹੁੰਦਾ 999 ਅੰਗ ਤੋਂ, ਉੱਥੇ ਹੀ ਬਚਨ ਆਉਂਦਾ, ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ। ਸੱਦ ਮੈਨੇ ਸੱਦਾ, ਮੈਸੇਜ ਸੁਨੇਹਾ, ਆਓ ਜੀ। ਜਿਵੇਂ ਬਾਬਾ ਜੀ ਮਹਾਂਪੁਰਸ਼ਾਂ ਨੇ ਆਪਾਂ ਨੂੰ ਸੁਨੇਹਾ ਦਿੱਤਾ ਵੀ ਅੱਜ ਬਾਬਾ ਜੀ ਦਾ ਦਿਹਾੜਾ ਤੇ ਭਾਈ ਗੁਰੂ ਕੇ ਖਾਲਸਾ ਜੀ ਆਓ ਸਾਰੇ ਰਲ ਕੇ ਆਪਾਂ ਮਨਾਈਏ। ਤੇ ਆਪਾਂ ਬਾਬਾ ਜੀ ਦੇ ਸੱਦੇ ਤੇ ਮਹਾਂਪੁਰਸ਼ ਵੀ ਆਏ ਨੇ, ਗਿਆਨੀ ਸਿੰਘ, ਰਾਗੀ ਸਿੰਘ, ਢਾਡੀ ਸਿੰਘ, ਸੰਪਰਦਾਵਾਂ ਸਾਰੇ ਆਪ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਾਂ ਇਕੱਠੇ ਹੋਏ ਹਾਂ। ਇਹ ਵੀ ਸੱਦਾ ਹੈ ਦੁਨਿਆਵੀ। ਇੱਕ ਸੱਦਾ ਹੈ ਦਰਗਾਹ ਦਾ ਸੱਦਾ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਰੋਜ਼ ਸੱਦੇ ਆ ਰਹੇ ਨੇ, ਦੁਨੀਆ ਜਾ ਰਹੀ ਹੈ, ਪਰ ਸੱਦੇ ਦਾ ਪਤਾ ਨਹੀਂ ਲੱਗਦਾ। ਕਿਹੜੇ ਬੰਦੇ ਨੂੰ ਕਿਹੜੇ ਵੇਲੇ ਸੱਦਾ ਆਉਣਾ ਨਹੀਂ ਪਤਾ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿਨੀ ਤੇਰਾ ਨਾਮ ਧਿਆਇਆ, ਜਿਨ੍ਹਾਂ ਨੇ ਵਾਹਿਗੁਰੂ ਤੇਰਾ ਨਾਮ ਜਪਿਆ ਹੈ, ਜਿਨ੍ਹਾਂ ਨੇ ਤੇਰਾ ਸਿਮਰਨ ਕੀਤਾ ਹੈ, ਤਿੰਨ ਕੋ ਉਹਨਾਂ ਨੂੰ ਸੱਦ ਮਿਲੇ। ਉਹਨਾਂ ਨੂੰ ਸੱਦਾ ਮਿਲਦਾ, ਆ ਜਾਓ ਹੁਣ ਤੁਹਾਡਾ ਸਮਾਂ ਸੰਸਾਰ ਵਿੱਚ ਜਿੰਨਾ ਤੁਹਾਨੂੰ ਦਿੱਤਾ ਸੀ, ਨਾਮ ਜਪਣਾ ਸੀ, ਜਪਾਣਾ ਸੀ, ਦੁਨੀਆ ਨੂੰ ਤਾਰਨਾ ਸੀ, ਤਾਰ ਦਿੱਤਾ, ਆ ਜਾਓ ਆਪਣੇ ਘਰ। ਤੇ ਬਾਬਾ ਜੀ, ਬਾਬਾ ਸੁੰਦਰ ਸ਼ਾਹ ਜੀ ਨੂੰ ਵੀ ਸੱਦਾ ਮਿਲ ਗਿਆ ਤੇ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਵੀ ਸੱਦਾ ਮਿਲ ਗਿਆ। ਜਿਵੇਂ ਸਤਿਕਾਰਯੋਗ ਗਿਆਨੀ ਜੀ ਦੱਸ ਕੇ ਗਏ ਨੇ ਕਿ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਅਰਦਾਸ ਕੀਤੀ, ਪਾਤਸ਼ਾਹ ਜੀ ਮੇਰਾ ਬਚਨ ਹੋਇਆ ਸੀ ਬਾਬਾ ਸੁੰਦਰ ਸ਼ਾਹ ਜੀ ਨਾਲ ਕਿ ਸੱਚਖੰਡ ਇਕੱਠੇ ਗਮਨ ਕਰਨਾ। ਆ ਮੇਰਾ ਪੁੱਤਰ ਲਾਲ ਚੰਦ ਇਹ ਆਪ ਜੀ ਦੀ ਸੇਵਾ ਕਰੇਗਾ ਤੇ ਮੈਨੂੰ ਹੁਣ ਆਪਣੇ ਚਰਨਾਂ ਵਿੱਚ ਥਾਂ ਦੇਣਾ। ਇਹ ਚੋਲਾ ਛੱਡ ਕੇ, ਇਹ ਸੰਸਾਰ ਦਾ ਵਰਤਾਰਾ, ਇਹ ਸੰਸਾਰ ਦੇ ਸੁਪਨੇ 'ਚੋਂ ਨਿਕਲ ਕੇ ਜਿਹੜੀ ਤੁਰਿਆ ਅਵਸਥਾ ਹੈ, ਮਹਾਨਿਰਵਾਣ ਹੈ, ਜਿੱਥੇ ਆਉਣਾ ਜਾਣਾ ਜੰਮਣਾ ਮਰਨਾ ਮੁੱਕ ਜਾਂਦਾ ਹੈ, ਜਿੱਥੇ ਹਰਖ ਸੋਗ ਖੁਸ਼ੀ ਗਮੀ ਭੁੱਖ ਪਿਆਸ ਮਿਟ ਜਾਂਦੀ ਹੈ, ਜਿੱਥੇ ਸੰਸਾਰ ਦੇ ਦਵੰਦ ਨਹੀਂ ਰਹਿੰਦੇ, ਜਿੱਥੇ ਕੋਈ ਚਿੰਤਾ ਫਿਕਰ ਡਰ ਭੈ ਨਹੀਂ ਰਹਿੰਦਾ, ਉੱਥੇ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਣਾ ਪਾਤਸ਼ਾਹ। ਇਹ ਕਹਿ ਕੇ ਧੰਨ ਬਾਬਾ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਬਣ ਕੇ ਕੀਰਤਪੁਰ ਸਾਹਿਬ ਤੋਂ ਰਵਾਨਾ ਹੋਏ ਅਤੇ ਜਾ ਬਾਬਾ ਸੁੰਦਰ ਸ਼ਾਹ ਜੀ ਨੂੰ ਦਰਸ਼ਨ ਦਿੱਤੇ। ਤੇ ਅੱਜ ਵਾਲੇ ਦਿਨ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਮਹਾਂਪੁਰਸ਼ਾਂ ਨੇ ਦੋਵਾਂ ਨੇ ਚੋਲਾ ਤਿਆਗਿਆ ਤੇ ਉਹਨਾਂ ਦਾ ਉੱਥੇ ਅਸਥਾਨ ਮੈਨੂੰ ਬਾਬਾ ਜੀ ਨੇ ਦੱਸਿਆ, ਅਸੀਂ ਤਾਂ ਜੇ ਗਏ ਨਹੀਂ। ਗੁਰੂ ਕਿਰਪਾ ਕਰੇ ਮਨ 'ਚ ਫੁਰਨਾ ਹੈ ਵੀ ਉਸ ਅਸਥਾਨ ਦੇ ਵੀ ਦਰਸ਼ਨ ਕਰਕੇ ਆਈਏ ਜਿੱਥੇ ਸੱਚਖੰਡ ਪਿਆਨਾ ਕੀਤਾ ਬਾਬਾ ਵਿਧੀ ਚੰਦ ਸਾਹਿਬ ਜੀ ਨੇ। ਇੱਕ ਪਾਸੇ ਬਾਬਾ ਸੁੰਦਰ ਸ਼ਾਹ ਜੀ ਦੀ ਕਬਰ ਬਣੀ ਹੈ ਕਿਉਂਕਿ ਉਹਨਾਂ ਦਾ ਸਰੀਰ ਮੁਸਲਮਾਨਾਂ ਦੀ ਮਰਿਆਦਾ ਅਨੁਸਾਰ ਦਫਨਾਇਆ ਗਿਆ ਤੇ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਸੰਸਕਾਰ ਹੋਇਆ। ਦੋਵਾਂ ਮਹਾਂਪੁਰਸ਼ਾਂ ਦੀ ਯਾਦ ਇਕੱਠੀ ਸੰਗਤਾਂ ਦਰਸ਼ਨ ਕਰਦੀਆਂ ਨੇ। ਖਾਲਸਾ ਜੀ ਐਸੇ ਪਰਉਪਕਾਰੀ ਮਹਾਤਮਾ ਸੰਸਾਰ ਵਿੱਚ ਆਉਂਦੇ ਨੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਅੱਜ ਲੱਖਾਂ ਕਰੋੜਾਂ ਸੰਗਤਾਂ ਗੁਰੂ ਨਾਲ ਜੁੜ ਰਹੀਆਂ ਨੇ। ਬਾਬਾ ਜੀ ਵੱਡੇ ਮਹਾਂਪੁਰਸ਼ ਬਾਬਾ ਦਇਆ ਸਿੰਘ ਸਾਹਿਬ ਜੀ ਐਡੇ ਵੱਡੇ ਪਰਉਪਕਾਰ ਦੇ ਕਾਰਜ ਕੀਤੇ। ਜਦੋਂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਲੋਪ ਹੀ ਹੋ ਚੱਲਿਆ ਸੀ, ਹਜੂਰ ਸਾਹਿਬ ਬੇਨਤੀ ਕਰਕੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸੱਚਖੰਡ ਸ੍ਰੀ ਹਜੂਰ ਸਾਹਿਬ ਉਹਨਾਂ ਨੇ ਸਰੂਪ ਛਾਪਿਆ ਤੇ ਬਾਬਾ ਜੀ ਪੰਜਾਬ ਤੋਂ ਪਹਿਲਾਂ ਦਿੱਲੀ ਪਹੁੰਚੇ। ਸਾਰੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੀੜਾਂ ਸਰੂਪ ਸਾਰੇ 500 ਤੋਂ ਵੱਧ ਸਨ, ਉਹ ਆਪਣੀਆਂ ਸੁੰਦਰ ਬੱਸਾਂ ਵਿੱਚ ਬਿਰਾਜਮਾਨ ਕਰਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚੇ
ਉਥੋਂ ਫਿਰ ਬਖਸ਼ਿਸ਼ਾਂ ਲੈ ਕੇ ਪੰਜਾਬ 'ਚ ਆ ਕੇ ਦਲਾਂ ਪੰਥਾਂ ਸੰਪਰਦਾਵਾਂ ਡੇਰਿਆਂ ਵਿੱਚ ਮਹਾਰਾਜ ਦੇ ਸਰੂਪ ਬਿਰਾਜਮਾਨ ਕਰਾਏ। ਸੋ ਇਸ ਤੋਂ ਇਲਾਵਾ ਕਿਹੜੇ ਕਿਹੜੇ ਉਪਕਾਰ ਗਿਣੀਏ ਜੋ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਸਾਡੇ ਤੇ ਕੀਤੇ ਹਨ। ਔਰ ਉਹਨਾਂ ਦੇ ਅੱਗੋਂ ਫਰਜ਼ੰਦ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸਾਹਿਬ ਜੀ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਹੈ। ਉਹ ਪਿਆਰ ਦੀ ਮੂਰਤੀ ਆ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ, ਜਿਹਨੂੰ ਮਰਜ਼ੀ ਪੁੱਛ ਲਓ, ਉਹ ਇਹ ਸਮਝੇਗਾ ਤੇ ਕਹੇਗਾ ਕਿ ਬਾਬਾ ਜੀ ਮੈਨੂੰ ਜ਼ਿਆਦਾ ਪਿਆਰ ਕਰਦੇ ਨੇ। ਜਿਹੜੇ ਜਿੰਨੇ ਵੀ ਆ ਮਹਾਤਮਾ ਬੈਠੇ ਨੇ, ਮਹਾਂਪੁਰਸ਼ਾਂ ਨੂੰ, ਸੰਗਤਾਂ ਨੂੰ, ਗਰੀਬ ਤੋਂ ਗਰੀਬ ਸਿੱਖ ਵੀ ਮੇਰੇ ਵਰਗੇ ਨੇ, ਸਭ ਤਰ੍ਹਾਂ ਦੇ, ਤੇ ਉਹ ਇਦਾਂ ਸਮਝਣਗੇ ਵੀ ਬਾਬਾ ਜੀ ਦਾ ਪਿਆਰ ਸਾਨੂੰ ਪ੍ਰਾਪਤ ਹੋ ਰਿਹਾ। ਸੋ ਇੰਨੇ ਪਿਆਰ ਵਿੱਚ ਅੱਜ ਸਾਰੀਆਂ ਸੰਗਤਾਂ ਜੁੜੀਆਂ ਨੇ। ਮਹਾਂਪੁਰਸ਼ ਜੌਲਾਂ ਵਾਲੇ ਵੀ ਹੁਣੇ ਹੁਣੇ ਸੁਭਾਏਮਾਨ ਹੋਏ ਨੇ ਸਟੇਜ ਤੇ। ਸਤਿਕਾਰਯੋਗ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਸ਼ਹੀਦ ਬਾਗ ਵਾਲੇ, ਉਹ ਤਾਂ ਦਲ ਪੰਥ ਦੇ ਨਾਲ ਹੀ ਦਰਸ਼ਨ ਦੇ ਰਹੇ ਨੇ। ਬਾਬਾ ਜੀ ਵੱਡੇ ਮਹਾਂਪੁਰਸ਼ ਬਾਬਾ ਗੱਜਣ ਸਿੰਘ ਸਾਹਿਬ ਜੀ ਅਤੇ ਸਾਰੀਆਂ ਸੰਪਰਦਾਵਾਂ ਦੇ ਮੁਖੀ ਇੱਥੇ ਆ ਸੁਭਾਏਮਾਨ ਨੇ। ਸਤਿਕਾਰਯੋਗ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਆਪ ਕਿਸੇ ਰੁਝੇਵੇਂ ਕਾਰਨ ਹਾਜ਼ਰੀ ਨਹੀਂ ਭਰ ਸਕੇ। ਉਹਨਾਂ ਵੱਲੋਂ ਸਤਿਕਾਰਯੋਗ ਜਥੇਦਾਰ ਬਾਬਾ ਜੱਸਾ ਸਿੰਘ ਜੀ, ਉਹ ਵਿਸ਼ੇਸ਼ ਕਰਕੇ ਜਥੇ ਸਮੇਤ ਅੱਜ ਇੱਥੇ ਆਏ ਨੇ। ਉਹਨਾਂ ਨੇ ਦਰਸ਼ਨ ਦਿੱਤੇ ਨੇ। ਬੜੇ ਬੜੇ ਮਹਾਤਮਾ, ਮਹਾਂਪੁਰਸ਼, ਗਿਆਨੀ ਸਿੰਘ, ਵਿਦਵਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਰਨਤਾਰਨ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬਾਨ, ਸਾਰਿਆਂ ਨੂੰ ਜੀ ਆਇਆਂ ਨੂੰ। ਦਾਸ ਸਾਰਿਆਂ ਤੋਂ ਛੋਟਾ ਹੈ, ਕੋਈ ਬਚਨ ਵੱਧ ਘੱਟ ਰਸਨਾ ਤੋਂ ਨਿਕਲ ਗਿਆ ਹੋਵੇ ਬਖਸ਼ ਲੈਣਾ, ਗੁਰੂ ਕਿਰਪਾ ਕਰੇ। ਸੱਚੇ ਪਾਤਸ਼ਾਹ ਸਾਡੇ ਪੰਥ ਵਿੱਚ ਜਿਵੇਂ ਗਿਆਨੀ ਜੀ ਇਸ਼ਾਰਾ ਦੇ ਕੇ ਗਏ ਨੇ, ਹਾਲਾਤ ਆਉਣ ਵਾਲੇ ਸਮੇਂ ਦੇ ਬੜੇ ਨਾਜ਼ੁਕ ਨੇ। ਜਿਹੜੇ ਬਚਨ ਦਸਮ ਪਾਤਸ਼ਾਹ ਨੇ ਬਾਣੀ 'ਚ ਲਿਖੇ ਸੀ ਨਾ, ਉਹ ਅੱਜ ਪ੍ਰਤੱਖ ਕਲਯੁਗ ਦਾ ਵਰਤਾਰਾ ਵਰਤ ਰਿਹਾ ਹੈ। ਚੱਕੀ ਚੱਲ ਰਹੀ ਹੈ, ਦਾਣੇ ਦਰੜੇ ਜਾਣੇ ਨੇ। ਬਚਣੇ ਕਿਹੜੇ ਨੇ? ਜਿਹੜੇ ਕਿੱਲੀ ਨਾਲ ਰਹਿਣਗੇ। ਦੋਏ ਪੁੱਟ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਬਰੇ, ਨਾਨਕ ਅਜਬ ਡਿੱਠ। ਇੱਕ ਬਾਣੀ ਬਾਣਾ ਧਾਰਨ ਕਰੀਏ, ਬੱਚਿਆਂ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜੀਏ। ਉਹ ਜਿਹੜੇ ਪਿੱਛੇ ਜੀ ਆ ਰੌਲਾ ਪਿਆ ਨਾ ਤਾਲਿਬਾਨਾਂ ਦਾ, ਤੇ ਆਪਣੇ ਜੋਸ਼ੀਲੇ ਨੌਜਵਾਨ ਵੀ ਘੱਟ ਨਹੀਂ ਹੁੰਦੇ, ਉਹ ਵੀ ਪਾ ਦਿੰਦੇ ਆ ਕੋਈ ਨਾ ਕੋਈ ਗੱਲ। ਤੇ ਗੱਲ ਚੰਗੀ ਹੋਵੇ ਨਾ, ਭਾਵੇਂ ਦੁਸ਼ਮਣ ਦੀ ਹੋਵੇ, ਉਹ ਸਮਝ ਲੈਣੀ ਚਾਹੀਦੀ ਹੈ। ਵੈਸੇ ਤੇ ਖਾਲਸੇ ਦਾ ਕੋਈ ਦੁਸ਼ਮਣ ਨਹੀਂ ਹੈ। ਖਾਲਸੇ ਦਾ ਇਹ ਜਿੰਨੀ ਸ੍ਰਿਸ਼ਟੀ ਹੈ ਨਾ, ਇੱਥੇ ਇਕੱਲੇ ਮਨੁੱਖ ਨਹੀਂ, ਕੀੜੇ ਮਕੌੜੇ ਵੀ ਸਾਡੇ ਭੈਣ ਭਰਾ ਨੇ, ਕਿਉਂਕਿ ਆਤਮਾ ਇੱਕੋ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਆਤਮਾ ਸਾਰਿਆਂ 'ਚ ਇੱਕੋ ਹੀ ਹੈ ਪਰਮੇਸ਼ਰ ਦੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਮਹਾਰਾਜ ਦਾ ਪੰਥ ਸਾਰਿਆਂ ਨੂੰ ਪਿਆਰ ਕਰਦਾ ਹੈ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨਵੋ। ਪਰ ਉਹ ਪਠਾਣਾ ਨੇ ਕੁਝ ਗੱਲਾਂ ਕਹੀਆਂ ਨੇ, ਐਵੇਂ ਹਾਸੀ 'ਚ ਨਾ ਪਾਓ। ਉਹ ਕਹਿੰਦੇ ਉਹ ਗੱਲ ਨਹੀਂ ਹੁਣ ਤੁਹਾਡੇ ਵਿੱਚ। ਕਿਉਂ ਕਹੀਏ? ਕਿਉਂਕਿ ਸਾਡਾ ਕੁਝ ਢਾਂਚਾ ਜਿਹੜਾ ਸਾਡਾ ਮੀਡੀਆ ਦਿਖਾ ਰਿਹਾ, ਭੰਗੜੇ ਪਾਣੇ ਤੇ ਸ਼ਰਾਬਾਂ ਕਬਾਬਾਂ ਵਿੱਚ ਤੇ ਐਸ਼ੋ ਆਰਾਮ ਵਿੱਚ ਤੇ ਕੰਨਾਂ 'ਚ ਪਾਣੀਆਂ ਮੁੰਦਰੀਆਂ, ਕੇਸ ਕਟਾਈ ਫਿਰਨੇ, ਸਰੀਰ ਦਾ ਕੋਈ ਮੇਰੇ ਵਰਗੇ ਹੱਡੀਆਂ ਦੀਆਂ ਮੁੱਠੀਆਂ ਬਣੇ ਫਿਰਦੇ ਆ। ਤੇ ਸਾਧ ਸੰਗਤ ਜੀ, ਉਹ ਜਿਹੜੇ ਅਬਦਾਲੀ ਨਾਲ ਟੱਕਰ ਲੈਣ ਵਾਲੇ ਸੀ ਨਾ, ਬਾਬਾ ਜੱਸਾ ਸਿੰਘ ਜੀ ਵਰਗੇ, ਉਤੋਂ ਤੇਗ ਮਾਰਦੇ ਸੀ, ਚੀਰ ਕੇ ਘੋੜੇ ਦੀ ਕਾਠੀ ਲੰਘ ਜਾਂਦੀ ਸੀ। ਤੇ ਬਾਬਾ ਹਰੀ ਸਿੰਘ ਨਲੂਏ ਵਰਗੇ, ਚੜ੍ਹਤ ਸਿੰਘ ਵਰਗੇ, ਬਾਬਾ ਫੂਲਾ ਸਿੰਘ ਜੀ ਵਰਗੇ ਯੋਧੇ ਪੈਦਾ ਕਰੀਏ, ਉਹ ਬਾਣੀ ਨੇ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਪਾਤਸ਼ਾਹ ਦੀ ਬਾਣੀ, ਹੁਣ ਚੰਡੀ ਦਾ ਪਾਠ ਰੋਜ਼ ਨਿਤਨੇਮ ਵਿੱਚ ਸ਼ਾਮਲ ਕਰਨਾ ਪੈਣਾ। ਤੇ ਨਾਲ ਖਾਲਸੇ ਨੂੰ ਬਾਣੀ ਬਾਣਾ, ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਸਾਰੇ ਮੋਰਚੇ ਫਤਿਹ ਹੋ ਸਕਦੇ ਆ ਗੁਰੂ ਦੀ ਓਟ ਨਾਲ। ਤੇ ਜੇ ਆਪਾਂ ਐਵੇਂ ਗੱਲਾਂ ਬਾਤਾਂ ਨਾਲ ਹੀ ਕਹੀਏ ਨਾ, ਗੱਲਾਂ ਬਾਤਾਂ ਨਾਲ ਕੁਝ ਨਹੀਂ ਬਣਨਾ। ਇਤਨੇ ਵਚਨ ਪ੍ਰਵਾਨ ਕਰਨੇ, ਸਾਰੇ ਸੰਸਾਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਵਰਤਾਣ, ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।